ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਵੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਚਾਹਤ। ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਖਾਸ ਪ੍ਰੋਗਰਾਮ ਦਾ ਅਨਟੋਲਡ ਸਿਨੇਮਾ ਦੇ ਵਿੱਚ, ਜਿੱਥੇ ਅਸੀਂ ਲੈ ਕੇ ਆਉਂਦੇ ਆ ਬਾਲੀਵੁੱਡ ਦੀ ਅਣਸੁਣੀ ਕਹਾਣੀਆਂ ਤੇ ਕਰਦੇ ਆ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਸਾਰਿਆਂ ਦੇ ਨਾਲ। ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਕਈ ਪ੍ਰੇਮ ਕਹਾਣੀਆਂ ਆਈਆਂ ਤੇ ਗਈਆਂ, ਪਰ ਨਰਗਿਸ, ਰਾਜ ਕਪੂਰ ਅਤੇ ਸੁਨੀਲ ਦੱਤ ਦੀ ਕਹਾਣੀ ਅੱਜ ਵੀ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇੱਕ ਪਾਸੇ ਸੀ ਰਾਜ ਕਪੂਰ ਨਾਲ ਲਗਭਗ 9 ਸਾਲਾਂ ਤੱਕ ਚੱਲਿਆ ਰਿਸ਼ਤਾ, ਜਿਸ ਨੇ ਨਰਗਿਸ ਨੂੰ ਸ਼ੋਹਰਤ ਤਾਂ ਦਿੱਤੀ ਪਰ ਨਾਲ ਹੀ ਬਹੁਤ ਦਰਦ ਵੀ ਦਿੱਤਾ। ਦੂਜੇ ਪਾਸੇ ਸੀ ਸੁਨੀਲ ਦੱਤ, ਜਿਸ ਨੂੰ ਉਹ ਪਿਆਰ, ਸਤਿਕਾਰ ਅਤੇ ਸਕੂਨ ਦਿੱਤਾ ਜਿਸ ਦੀ ਉਹ ਸਾਲਾਂ ਤੋਂ ਤਲਾਸ਼ ਕਰ ਰਹੀ ਸੀ। ਇਹ ਕਹਾਣੀ ਸਿਰਫ ਇੱਕ ਪ੍ਰੇਮ ਤ੍ਰਿਕੋਣ ਦੀ ਨਹੀਂ, ਸਗੋਂ ਇੱਕ ਔਰਤ ਤੇ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਫੈਸਲੇ ਲੈਣ ਅਤੇ ਆਪਣੀ ਖੁਸ਼ੀ ਲਈ ਮਜ਼ਬੂਤੀ ਨਾਲ ਖੜੇ ਹੋਣ ਦੀ ਕਹਾਣੀ ਹੈ। ਨਰਗਿਸ ਸਿਰਫ 16 ਸਾਲਾਂ ਦੀ ਸੀ ਜਦੋਂ ਉਸ ਦੀ ਮੁਲਾਕਾਤ 22 ਸਾਲਾਂ ਦੇ ਨੌਜਵਾਨ ਫਿਲਮ ਮੇਕਰ ਰਾਜ ਕਪੂਰ ਦੇ ਨਾਲ ਹੋਈ। ਉਸ ਵੇਲੇ ਰਾਜ ਕਪੂਰ ਆਪਣੇ ਨਵੇਂ ਬਣੇ ਆਰਕੇ ਸਟੂਡੀਓ ਦੀ ਪਹਿਲੀ ਫਿਲਮ ਨੂੰ ਤਿਆਰ ਕਰਨ ਲਈ ਜੱਦੋ-ਜਹਿਦ ਕਰ ਰਹੇ ਸਨ। ਸਮੇਂ ਦੇ ਨਾਲ ਦੋਵਾਂ ਵਿਚਕਾਰ ਪਿਆਰ ਪੈਦਾ ਹੋ ਗਿਆ। ਹਾਲਾਂਕਿ ਰਾਜ ਕਪੂਰ ਪਹਿਲਾਂ ਹੀ ਕ੍ਰਿਸ਼ਨਾ ਰਾਜ ਕਪੂਰ ਨਾਲ ਵਿਆਹੇ ਹੋਏ ਸਨ। ਦੋਵਾਂ ਦਾ ਰਿਸ਼ਤਾ ਆਪਣੀ ਹੀ ਇੱਕ ਸੁਪਨਿਆਂ ਭਰੀ ਦੁਨੀਆ ਵਿੱਚ ਚੱਲਦਾ ਰਿਹਾ, ਪਰ ਇਹ ਸੁਪਨਾ ਉਸ ਵੇਲੇ ਟੁੱਟ ਗਿਆ ਜਦੋਂ ਨਰਗਿਸ ਨੂੰ ਅਹਿਸਾਸ ਹੋਇਆ ਕਿ ਇਸ ਰਿਸ਼ਤੇ ਦਾ ਕੋਈ ਭਵਿੱਖ ਨਹੀਂ ਹੈ। ਉਸ ਸਮੇਂ ਦੀਆਂ ਸਭ ਤੋਂ ਵੱਡੀਆਂ ਅਦਾਕਾਰਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ 1950 ਦੇ ਦਰਮਿਆਨ ਦਹਾਕੇ ਵਿੱਚ ਉਸ ਨੂੰ ਕੰਮ ਦੇ ਮੌਕੇ ਘੱਟ ਮਿਲਣ ਲੱਗ ਪਏ। ਇੱਥੋਂ ਤੱਕ ਕਿ ਆਰਕੇ ਸਟੂਡੀਓ ਵਿੱਚ ਵੀ ਉਸ ਨੂੰ ਉਹ ਮਹੱਤਵਪੂਰਨ ਭੂਮਿਕਾ ਨਹੀਂ ਮਿਲ ਰਹੀ ਸਨ ਜਿਹੜੀ ਉਸ ਨੂੰ ਪਹਿਲਾਂ ਨਾਮ ਅਤੇ ਪਹਿਚਾਣ ਦਿੱਤੀ ਗਈ ਸੀ। ਹੋਰ ਫਿਲਮੀ ਬੈਨਰ ਵੀ ਨਰਗਿਸ ਨੂੰ ਆਪਣੀ ਫਿਲਮ ਵਿੱਚ ਲੈਣ ਤੋਂ ਪਹਿਲਾਂ ਰਾਜ ਕਪੂਰ ਦੀ ਰਜ਼ਾਮੰਦੀ ਵੱਲ ਤੱਕਦੇ ਸੀ। ਇਸ ਦੇ ਨਾਲ ਹੀ ਨਰਗਿਸ ਨੂੰ ਇਹ ਕੋਰਾ ਸੱਚ ਵੀ ਸਮਝ ਆ ਗਿਆ ਸੀ ਕਿ ਰਾਜ ਕਪੂਰ ਕਦੇ ਵੀ ਆਪਣੀ ਪਤਨੀ ਨੂੰ ਨਹੀਂ ਛੱਡਣਗੇ। ਇਹ ਗੱਲ ਉਸ ਦੇ ਦਿਲ ਨੂੰ ਬਹੁਤ ਚੋਟ ਪਹੁੰਚਾ ਚੁੱਕੀ ਸੀ, ਪਰ ਲਗਭਗ 9 ਸਾਲਾਂ ਤੋਂ ਜਿਸ ਮੋਹ ਵਿੱਚ ਉਹ ਭੱਜੀ ਹੋਈ ਸੀ, ਉਸ ਤੋਂ ਹੌਲੀ-ਹੌਲੀ ਬਾਹਰ ਆ ਗਈ। ਇਸ ਦੌਰਾਨ ਮਹਿਬੂਬ ਖਾਨ ਨੇ ਉਸ ਨੂੰ ਮਦਰ ਇੰਡੀਆ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਇਹ ਉਹ ਫਿਲਮ ਸੀ ਜਿਸ ਨੇ ਨਰਗਿਸ ਦਾ ਨਾਂ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖ ਦਿੱਤਾ। ਜੀ ਹਾਂ, ਇਸੇ ਫਿਲਮ ਦੇ ਸੈੱਟ ਤੇ ਉਸ ਦੀ ਮੁਲਾਕਾਤ ਸੁਨੀਲ ਦੱਤ ਨਾਲ ਹੋਈ, ਜੋ ਅੱਗੇ ਚੱਲ ਕੇ ਉਸ ਦੀ ਜ਼ਿੰਦਗੀ ਦਾ ਸੱਚਾ ਸਾਥੀ ਬਣ ਗਏ। ਜੀ ਹਾਂ, ਮਦਰ ਇੰਡੀਆ ਵਿੱਚ ਸੁਨੀਲ ਦੱਤ ਨਰਗਿਸ ਦੇ ਪੁੱਤਰ ਦੀ ਭੂਮਿਕਾ ਨਿਭਾ ਰਹੇ ਸਨ। ਫਿਲਮ ਦੀ ਸ਼ੂਟਿੰਗ ਦੌਰਾਨ ਸੁਨੀਲ ਦੱਤ, ਨਰਗਿਸ ਅਤੇ ਰਾਜੇਂਦਰ ਕੁਮਾਰ ਅਕਸਰ ਇਕੱਠੇ ਸਮਾਂ ਬਿਤਾਉਂਦੇ ਸਨ। ਇੱਕ ਦਿਨ ਫਿਲਮ ਦੇ ਸੈੱਟ ਤੇ ਅਚਾਨਕ ਅੱਗ ਲੱਗ ਗਈ। ਉਸ ਔਖੇ ਵੇਲੇ ਸੁਨੀਲ ਦੱਤ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਰਗਿਸ ਨੂੰ ਬਚਾ ਲਿਆ। ਇਸ ਹਾਦਸੇ ਵਿੱਚ ਸੁਨੀਲ ਦੱਤ ਨੂੰ ਨਰਗਿਸ ਨਾਲੋਂ ਕਾਫੀ ਵੱਧ ਸੱਟਾਂ ਲੱਗੀਆਂ। ਅੱਗ ਤੋਂ ਬਾਅਦ ਦੇ ਦਿਨਾਂ ਵਿੱਚ ਨਰਗਿਸ ਲਗਾਤਾਰ ਉਸ ਦੇ ਕੋਲ ਰਹੀ ਅਤੇ ਉਸ ਦੀ ਸੇਵਾ ਸੰਭਾਲ ਕਰਦੀ ਰਹੀ। ਇਹੀ ਪਲ ਸਨ ਜਿਨ੍ਹਾਂ ਨੇ ਨਰਗਿਸ ਨੂੰ ਸੱਚੇ ਪਿਆਰ ਦਾ ਅਹਿਸਾਸ ਕਰਵਾਇਆ। ਦੋਵਾਂ ਵਿਚਕਾਰ ਨੇੜਤਾ ਵੱਧਦੀ ਗਈ ਅਤੇ ਕੁਝ ਹੀ ਹਫ਼ਤਿਆਂ ਵਿੱਚ ਉਹ ਇਸ ਨਤੀਜੇ ਤੇ ਪਹੁੰਚ ਗਏ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਇਕੱਠੇ ਬਿਤਾਉਣਾ ਚਾਹੁੰਦੇ ਨੇ ਅਤੇ ਵਿਆਹ ਕਰਨਾ ਚਾਹੁੰਦੇ ਨੇ। ਰਾਜ ਕਪੂਰ ਲਈ ਇਹ ਗੱਲ ਸਹਿਣੀ ਬਹੁਤ ਔਖੀ ਸੀ। ਨਰਗਿਸ ਨੇ ਉਸ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਸਨ। ਨਰਗਿਸ ਤੋਂ ਵਿਛੋੜੇ ਦਾ ਸਦਮਾ ਅਤੇ ਆਪਣੇ ਮਨ ਨੂੰ ਲੱਗੀ ਚੋਟ ਨੇ ਉਸ ਨੂੰ ਅੰਦਰ ਤੱਕ ਹਿਲਾ ਦਿੱਤਾ ਸੀ। ਉਹ ਖੁਦ ਵੀ ਨਰਗਿਸ ਨੂੰ ਬੇਪਨਾਹ ਮੁਹੱਬਤ ਕਰਦਾ ਸੀ ਅਤੇ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਕਿਹੜੀ ਗੱਲ ਨੇ ਨਰਗਿਸ ਨੂੰ ਇੰਨਾ ਵੱਡਾ ਫੈਸਲਾ ਲੈਣ ਤੇ ਮਜਬੂਰ ਕਰ ਦਿੱਤਾ। ਉਸ ਸਮੇਂ ਰਾਜ ਕਪੂਰ ਬਾਲੀਵੁੱਡ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਤਾਕਤਵਰ ਨਾਮ ਸੀ, ਜਦਕਿ ਸੁਨੀਲ ਦੱਤ ਫਿਲਮ ਜਗਤ ਵਿੱਚ ਹਜੇ ਨਵੇਂ ਕਦਮ ਰੱਖ ਰਹੇ ਸੀ। ਫਿਲਮ ਇੰਡਸਟਰੀ ਦੇ ਅੰਦਰਲੀ ਸਿਆਸਤ ਅਤੇ ਤਾਕਤ ਦਾ ਖੇਡ ਦੋਹਾਂ ਚੰਗੀ ਤਰ੍ਹਾਂ ਵਾਕਿਫ ਸਨ। ਇਸ ਕਰਕੇ ਨਰਗਿਸ ਅਤੇ ਸੁਨੀਲ ਦੱਤ ਨੇ ਆਪਣੇ ਰਿਸ਼ਤੇ ਨੂੰ ਕੁਝ ਸਮੇਂ ਲਈ ਗੁਪਤ ਰੱਖਣਾ ਹੀ ਠੀਕ ਸਮਝਿਆ, ਤਾਂ ਜੋ ਕਿਸੇ ਤਰ੍ਹਾਂ ਦਾ ਵਿਵਾਦ ਜਾਂ ਰੁਕਾਵਟ ਉਹਨਾਂ ਦੇ ਭਵਿੱਖ ਦੇ ਰਾਹ ਵਿੱਚ ਨਾ ਆ ਸਕਣ। ਭਾਵੇਂ ਦੋਹੇ ਇੱਕ ਦੂਜੇ ਦੇ ਸ਼ਹਿਰ ਵਿੱਚ ਰਹਿੰਦੇ ਸਨ, ਫਿਰ ਵੀ ਉਹਨਾਂ ਨੇ ਇੱਕ ਦੂਜੇ ਨਾਲ ਚਿੱਠੀਆਂ ਰਾਹੀਂ ਗੱਲਬਾਤ ਕਰਨ ਦਾ ਫੈਸਲਾ ਕੀਤਾ, ਤਾਂ ਜੋ ਕੋਈ ਵੀ ਉਹਨਾਂ ਨੂੰ ਇਕੱਠੇ ਦੇਖ ਕੇ ਸ਼ੱਕ ਨਾ ਕਰੇ। ਨਰਗਿਸ ਆਪਣੇ ਵੀਰ ਅਖਤਰ ਹੁਸੈਨ ਤੋਂ ਵੀ ਕਾਫੀ ਡਰੀ ਹੋਈ ਰਹਿੰਦੀ ਸੀ, ਕਿਉਂਕਿ ਰਾਜ ਕਪੂਰ ਨਾਲ ਉਸ ਦੇ ਰਿਸ਼ਤੇ ਕਾਰਨ ਉਹ ਪਹਿਲਾਂ ਉਸ ਨਾਲ ਸਖਤੀ ਅਤੇ ਹਿੰਸਾ ਵੀ ਕਰ ਚੁੱਕਾ ਸੀ।
ਸੁਨੀਲ ਦੱਤ ਤੇ ਨਰਗਿਸ ਇਹ ਵੀ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਰਿਸ਼ਤੇ ਦੀ ਖਬਰ ਸੁਨੀਲ ਦੇ ਫਿਲਮੀ ਸਫ਼ਰ ਲਈ ਰੁਕਾਵਟ ਬਣ ਜਾਵੇ। ਮਦਰ ਇੰਡੀਆ ਵਿੱਚ ਦੋਵੇਂ ਮਾਂ ਪੁੱਤਰ ਦਾ ਕਿਰਦਾਰ ਨਿਭਾ ਰਹੇ ਸਨ ਅਤੇ ਜੇ ਉਹਨਾਂ ਦੇ ਪਿਆਰ ਦੀ ਖਬਰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸਾਹਮਣੇ ਆ ਜਾਂਦੀ ਤਾਂ ਫਿਲਮ ਨੂੰ ਨੁਕਸਾਨ ਪਹੁੰਚ ਸਕਦਾ ਸੀ। ਉਹਨਾਂ ਦੀਆਂ ਕਈ ਚਿੱਠੀਆਂ ਅਤੇ ਨਰਗਿਸ ਦੀ ਡਾਇਰੀ ਦੇ ਕੁਝ ਹਿੱਸੇ ਦਾ ਜ਼ਿਕਰ ਈਸ਼ਵਰ ਦੇਸਾਈ ਨੇ ਕਿਤਾਬ ਡਾਰਲਿੰਗ ਜੀ ਦਾ ਟਰੂ ਲਵ ਸਟੋਰੀ ਆਫ ਨਰਗਿਸ ਐਂਡ ਸੁਨੀਲ ਦੱਤ ਵਿੱਚ ਵੀ ਮਿਲਦਾ ਹੈ। ਬਾਅਦ ਦੇ ਸਾਲਾਂ ਵਿੱਚ ਸੁਨੀਲ ਦੱਤ ਨੇ ਦੱਸਿਆ ਕਿ ਉਹਨਾਂ ਚਿੱਠੀਆਂ ਵਿੱਚ ਉਹ ਇੱਕ ਦੂਜੇ ਨੂੰ ਪਿਆਰ ਨਾਲ ਪੀਆ ਅਤੇ ਹੇ ਤੇਰ ਕਿਹਾ ਕਰਦੇ ਸਨ। ਕਈ ਵਾਰ ਉਹ ਮਜ਼ਾਕ ਵਿੱਚ ਮਰਲੀਨ ਮੋਨਰੋਏ ਅਤੇ ਐਲਵਿਸ ਪ੍ਰੈਸਲੇ ਦੇ ਨਾਮ ਵੀ ਵਰਤਦੇ ਸਨ। ਨਰਗਿਸ ਨੂੰ ਲੱਗਦਾ ਸੀ ਕਿ ਉਹ ਸੁਨੀਲ ਦੇ ਸਾਹਮਣੇ ਆਪਣੇ ਦਿਲ ਦੀ ਹਰ ਗੱਲ ਬਿਨਾਂ ਝਿਜਕ ਦੇ ਰੱਖ ਸਕਦੀ ਹੈ। ਰਾਜ ਕਪੂਰ ਨਾਲ ਆਪਣੇ ਟੁੱਟਦੇ ਰਿਸ਼ਤੇ ਬਾਰੇ ਵੀ ਉਸਨੇ ਖੁੱਲ੍ਹ ਕੇ ਸੁਨੀਲ ਦੱਤ ਨੂੰ ਗੱਲ ਕੀਤੀ। ਸੁਨੀਲ ਨੇ ਉਸ ਨੂੰ ਇੰਨਾ ਭਰੋਸਾ ਅਤੇ ਯਕੀਨ ਦਿਵਾਇਆ ਕਿ ਉਹ ਆਪਣੇ ਸਾਰੇ ਡਰ ਅਤੇ ਦੁੱਖ ਉਸ ਦੇ ਨਾਲ ਸਾਂਝੇ ਕਰ ਸਕਦੇ ਨੇ। ਨਰਗਿਸ ਨੇ ਮੰਨਿਆ ਕਿ ਰਾਜ ਕਪੂਰ ਨਾਲ ਉਸ ਦਾ ਰਿਸ਼ਤਾ ਆਖਰੀ ਦਿਨਾਂ ਵਿੱਚ ਤਲਵਾਰ ਦੀ ਧਾਰ ਅਤੇ ਚੱਲਣ ਵਰਗਾ ਹੋ ਗਿਆ ਸੀ। ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਹ ਬੇਚੈਨੀ ਨਾਲ ਉਸ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸਭ ਕੁਝ ਹੱਥਾਂ ਵਿੱਚੋਂ ਫਿਸਲਦਾ ਜਾ ਰਿਹਾ ਹੈ। ਉਸ ਨੇ ਆਪਣੇ ਉਸ ਰਿਸ਼ਤੇ ਨੂੰ ਇੱਕ ਡਰਾਵਨਾ ਸੁਪਨਾ ਦੱਸਿਆ ਅਤੇ ਕਿਹਾ ਕਿ ਉਹ ਆਪਣੇ ਆਪ ਨੂੰ ਨਰਕ ਵਰਗੀ ਜ਼ਿੰਦਗੀ ਵਿੱਚ ਫਸਿਆ ਹੋਇਆ ਮਹਿਸੂਸ ਕਰਦੀ ਸੀ। ਨਰਗਿਸ ਨੇ ਲਿਖਿਆ ਕਿ ਉਸ ਦਾ ਪਿਆਰ ਇੱਕ ਸੋਹਣੀ ਬੂਟੀ ਵਾਂਗ ਸੀ ਜੋ ਖਿੜਨਾ ਤਾਂ ਚਾਹੁੰਦੀ ਸੀ ਪਰ ਮਿੱਟੀ ਵਿੱਚ ਮਿਲੇ ਜ਼ਹਿਰ ਕਾਰਨ ਖਿੜੀ ਨਹੀਂ ਰਹੀ ਸੀ। ਉਸਨੇ ਇਹ ਵੀ ਕਿਹਾ ਕਿ ਰਾਜ ਕਪੂਰ ਦੇ ਵਰਤਾਅ ਨੇ ਉਸ ਨੂੰ ਇਸ ਹੱਦ ਤੱਕ ਦੁਖੀ ਕਰ ਦਿੱਤਾ ਕਿ ਕਈ ਵਾਰ ਉਸ ਨੂੰ ਆਪਣੇ ਆਪ ਤੋਂ ਹੀ ਘਿਣ ਮਹਿਸੂਸ ਹੁੰਦੀ ਸੀ। ਸੁਨੀਲ ਦੱਤ ਨੂੰ ਮਿਲਣ ਤੋਂ ਬਾਅਦ ਨਰਗਿਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਦੀ ਜ਼ਿੰਦਗੀ ਵਿੱਚ ਮੁੜ ਤੋਂ ਸਕੂਨ ਅਤੇ ਖੁਸ਼ੀ ਵਾਪਿਸ ਆ ਗਈ ਹੋਵੇ। ਉਸ ਨੂੰ ਇੱਕ ਇਹੋ ਜਿਹਾ ਸਾਥੀ ਮਿਲ ਗਿਆ ਸੀ ਜੋ ਇਮਾਨਦਾਰ, ਭਰੋਸੇਯੋਗ ਅਤੇ ਸੱਚੇ ਦਿਲ ਵਾਲਾ ਸੀ। ਭਾਵੇਂ ਉਸ ਵੇਲੇ ਸੁਨੀਲ ਦੱਤ ਅਜੇ ਫਿਲਮ ਜਗਤ ਦਾ ਵੱਡਾ ਸਿਤਾਰਾ ਨਹੀਂ ਬਣਿਆ ਸੀ, ਪਰ ਨਰਗਿਸ ਲਈ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਸੀ। ਆਪਣੀ ਇੱਕ ਚਿੱਠੀ ਵਿੱਚ ਨਰਗਿਸ ਨੇ ਸੁਨੀਲ ਨੂੰ ਲਿਖਿਆ ਸੀ ਕਿ ਉਸ ਨੂੰ ਇੰਨੇ ਸਾਲਾਂ ਦੇ ਦੁੱਖ ਅਤੇ ਤਕਲੀਫ ਤੋਂ ਬਾਅਦ ਅਸਲ ਪਿਆਰ ਮਿਲਿਆ ਹੈ। ਉਸਨੇ ਮੰਨਿਆ ਕਿ ਪਹਿਲਾਂ ਉਹ ਸਮਝਦੀ ਰਹੀ ਕਿ ਉਹ ਪਿਆਰ ਵਿੱਚ ਹੈ, ਪਰ ਹੁਣ ਉਸ ਨੂੰ ਅਹਿਸਾਸ ਹੋਇਆ ਸੀ ਕਿ ਉਹ ਅਸਲ ਪਿਆਰ ਵਿੱਚ ਨਹੀਂ ਸੀ। ਉਸ ਦੇ ਸ਼ਬਦਾਂ ਵਿੱਚ ਉਹ ਸਿਰਫ ਦੂਜੇ ਪਾਸਿਓਂ ਜਜ਼ਬਾਤੀ ਖੁਆਇਸ਼ਾਂ ਅਤੇ ਮੋਹ ਦਾ ਪ੍ਰਭਾਵ ਸੀ, ਜਿਸ ਦੀ ਕੀਮਤ ਮੈਂ ਆਪਣੀ ਜ਼ਿੰਦਗੀ ਦੇ ਕੇ ਹੀ ਚੁਕਾਈ। ਦੂਜੇ ਪਾਸੇ ਸੁਨੀਲ ਦੱਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਨਰਗਿਸ ਉਸ ਸਮੇਂ ਹਿੰਦੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਸੀ, ਜਦਕਿ ਉਹ ਖੁਦ ਅਜੇ ਆਪਣੀ ਪਹਿਚਾਣ ਬਣਾਉਣ ਦੇ ਰਾਹ ਤੇ ਸੀ। ਇਸ ਦੌਰਾਨ ਸੁਨੀਲ ਅਕਸਰ ਨਰਗਿਸ ਦੀ ਸਾਦਗੀ ਦੇਖ ਕੇ ਹੈਰਾਨ ਰਹਿ ਜਾਂਦਾ ਸੀ। ਉਸ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਸੀ ਕਿ ਇੰਨਾ ਵੱਡਾ ਸਿਤਾਰ ਇੰਨਾ ਨਿਮਰ ਅਤੇ ਸਾਫ਼ ਦਿਲੀ ਹੋ ਸਕਦਾ ਹੈ। ਜਦੋਂ ਸੁਨੀਲ ਦੱਤ ਦੀ ਭੈਣ ਨੂੰ ਟੂਬਰਕਲੋਸਿਸ ਦੀ ਬਿਮਾਰੀ ਹੋ ਗਈ ਤਾਂ ਨਰਗਿਸ ਨੇ ਆਪਣੇ ਸਾਰੇ ਕੰਮ ਪਿੱਛੇ ਛੱਡ ਕੇ ਉਸ ਦੀ ਦੇਖਭਾਲ ਕੀਤੀ। ਉਸਨੇ ਸਿਰਫ ਸੁਨੀਲ ਦੱਤ ਦਾ ਹੀ ਨਹੀਂ ਸਗੋਂ ਉਸ ਦੇ ਪੂਰੇ ਪਰਿਵਾਰ ਦਾ ਵੀ ਸਾਥ ਦਿੱਤਾ। ਬਾਅਦ ਵਿੱਚ 1991 ਦੀ ਡਾਕੂਮੈਂਟਰੀ ਨਰਗਿਸ ਵਿੱਚ ਸੁਨੀਲ ਦੱਤ ਨੇ ਯਾਦ ਕਰਦੇ ਹੋਏ ਕਿਹਾ, ਮੈਂ ਉਸ ਵੇਲੇ ਹੀ ਸਮਝ ਗਿਆ ਸੀ ਕਿ ਉਹ ਉਹੀ ਔਰਤ ਹੈ ਜਿਸ ਦੇ ਨਾਲ ਮੈਂ ਆਪਣੀ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ। ਉਹ ਮੇਰੇ ਪਰਿਵਾਰ ਨਾਲ ਘੁਲ ਮਿਲ ਗਈ ਸੀ। ਮੇਰੇ ਪਰਿਵਾਰ ਨੇ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖੇ ਸਨ, ਪਰ ਨਰਗਿਸ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਂਦੀ ਸੀ। ਇਹ ਗੱਲ ਮੇਰੇ ਦਿਲ ਨੂੰ ਛੂ ਗਈ। ਸੁਨੀਲ ਦੱਤ ਅਤੇ ਨਰਗਿਸ ਭਾਵੇਂ ਇੱਕ ਦੂਜੇ ਨੂੰ ਅਪਣਾ ਚੁੱਕੇ ਸਨ, ਪਰ ਨਰਗਿਸ ਦੇ ਆਲੇ ਦੁਆਲੇ ਕਈ ਇਹੋ ਜਿਹੇ ਲੋਕ ਵੀ ਮੌਜੂਦ ਸਨ ਜੋ ਲਗਾਤਾਰ ਉਸ ਦੇ ਮਨ ਵਿੱਚ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਮਸ਼ਹੂਰ ਨਿਰਦੇਸ਼ਕ ਮਹਿਬੂਬ ਖਾਨ ਨੂੰ ਲੱਗਦਾ ਸੀ ਕਿ ਸੁਨੀਲ ਦੱਤ ਨਰਗਿਸ ਦੀ ਸ਼ੋਹਰਤ ਦਾ ਫਾਇਦਾ ਚੁੱਕ ਕੇ ਆਪਣੀ ਫਿਲਮੀ ਸਫ਼ਰ ਅੱਗੇ ਵਧਾਉਣਾ ਚਾਹੁੰਦਾ ਹੈ, ਪਰ ਇਹ ਜਿਹਾ ਕੁਝ ਵੀ ਨਹੀਂ ਸੀ। ਜੀ ਹਾਂ, ਨਰਗਿਸ ਨੇ ਇਹਨਾਂ ਗੱਲਾਂ ਵੱਲ ਕੋਈ ਖਾਸ ਧਿਆਨ ਹੀ ਨਹੀਂ ਦਿੱਤਾ। ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਨਰਗਿਸ ਪੂਰੇ ਪਰਿਵਾਰ ਦਾ ਸਹਾਰਾ ਬਣ ਗਈ ਸੀ। ਉਸ ਦੇ ਸਿਰ ਆਪਣੇ ਵੀਰਾਂ ਅਤੇ ਉਹਨਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਸੀ। ਘਰ ਦੀ ਆਰਥਿਕ ਹਾਲਾਤਾਂ ਨੂੰ ਸਾਂਭਣ ਲਈ ਉਸ ਨੂੰ ਲਗਾਤਾਰ ਕੰਮ ਕਰਨਾ ਪੈਂਦਾ ਸੀ, ਭਾਵੇਂ ਉਸ ਦਾ ਦਿਲ ਹੁਣ ਫਿਲਮਾਂ ਵਿੱਚ ਪਹਿਲਾਂ ਵਾਂਗ ਨਹੀਂ ਲੱਗਦਾ ਸੀ। ਆਪਣੀ ਇੱਕ ਚਿੱਠੀ ਵਿੱਚ ਉਸਨੇ ਸੁਨੀਲ ਦੱਤ ਨੂੰ ਆਪਣੇ ਦਿਲ ਦਾ ਦਰਦ ਬਿਆਨ ਕਰਦੇ ਹੋਏ ਲਿਖਿਆ, ਮੈਂ ਮਜਬੂਰੀ ਵਿੱਚ ਕੰਮ ਕਰ ਰਹੀ ਹਾਂ ਕਿਉਂਕਿ ਮੈਨੂੰ ਪੈਸਿਆਂ ਦੀ ਲੋੜ ਹੈ। ਹੁਣ ਮੇਰੇ ਦਿਲ ਦਾ ਕੰਮ ਵਿੱਚ ਬਿਲਕੁਲ ਮਨ ਹੀ ਨਹੀਂ ਲੱਗਦਾ। ਮੈਂ ਇਸ ਸਭ ਤੋਂ ਬਹੁਤ ਥੱਕ ਚੁੱਕੀ ਹਾਂ। ਮੇਰੇ ਦਿਲ ਕਰਦਾ ਹੈ ਕਿ ਮੈਂ ਭਾਰਤ ਤੋਂ ਬਹੁਤ ਦੂਰ ਚਲੀ ਜਾਵਾਂ, ਪਰ ਮੈਨੂੰ ਕੋਈ ਰਾਹ ਹੀ ਨਜ਼ਰ ਨਹੀਂ ਆਉਂਦਾ।
ਇਹ ਸ਼ਬਦਾਂ ਤੋਂ ਸਾਫ਼ ਝਲਕਦਾ ਸੀ ਕਿ ਉਸ ਸਮੇਂ ਨਰਗਿਸ ਸਿਰਫ ਇੱਕ ਮਸ਼ਹੂਰ ਅਦਾਕਾਰਾ ਨਹੀਂ ਸੀ, ਸਗੋਂ ਜ਼ਿੰਮੇਵਾਰੀਆਂ ਦੇ ਬੋਝ ਹੇਠ ਦੱਬੀ ਹੋਈ ਇੱਕ ਔਰਤ ਵੀ ਸੀ ਜੋ ਆਪਣੀ ਜ਼ਿੰਦਗੀ ਵਿੱਚ ਸਕੂਨ ਅਤੇ ਆਪਣਾਪਨ ਲੱਭ ਰਹੀ ਸੀ। ਸੁਨੀਲ ਦੱਤ ਦੇ ਰੂਪ ਵਿੱਚ ਉਸ ਨੂੰ ਪਹਿਲੀ ਵਾਰ ਇਹ ਜਿਹਾ ਸਾਥੀ ਮਿਲਿਆ ਸੀ ਜਿਸ ਦੇ ਸਾਹਮਣੇ ਉਹ ਬਿਨਾਂ ਕਿਸੇ ਡਰ ਜਾਂ ਦਿਖਾਵੇ ਦੇ ਆਪਣੇ ਦਿਲ ਦੀ ਗੱਲ ਰੱਖ ਸਕਦੀ ਸੀ। ਰਾਜ ਕਪੂਰ ਤੋਂ ਵੱਖ ਹੋਣ ਤੋਂ ਬਾਅਦ ਫਿਲਮ ਜਗਤ ਵਿੱਚ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ। ਕਈ ਲੋਕ ਨਰਗਿਸ ਦੀ ਛਵੀ ਨੂੰ ਖਰਾਬ ਕਰਨ ਲਈ ਉਸ ਦੇ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਫੈਲਾਉਣ ਲੱਗ ਪਏ। ਜਦੋਂ ਇੱਕ ਇਹੋ ਜਿਹੀ ਅਫਵਾਹ ਸੁਨੀਲ ਦੱਤ ਤੱਕ ਪਹੁੰਚੀ ਤਾਂ ਨਰਗਿਸ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਲੋਕ ਉਸ ਦੀ ਬਦਨਾਮੀ ਕਰਨ ਲਈ ਕੁਝ ਵੀ ਕਰ ਸਕਦੇ ਨੇ। ਉਸਨੇ ਰਾਜ ਕਪੂਰ ਨਾਲ ਬਿਤਾਏ ਸਮੇਂ ਨੂੰ ਇੱਕ ਮਾੜਾ ਸੁਪਨਾ ਦੱਸਿਆ ਤੇ ਸਾਫ਼ ਲਿਖਿਆ ਕਿ ਹੁਣ ਉਸ ਦਾ ਰਾਜ ਨਾਲ ਕੋਈ ਲੈਣਾ ਦੇਣਾ ਨਹੀਂ ਰਹਿ ਗਿਆ। ਭਾਵੇਂ ਨਰਗਿਸ ਦੇ ਦਿਲ ਹੁਣ ਫਿਲਮਾਂ ਵਿੱਚ ਕੰਮ ਕਰਨਾ ਨਹੀਂ ਚਾਹੁੰਦਾ ਸੀ, ਪਰ ਆਪਣੇ ਭਤੀਜਿਆਂ ਅਤੇ ਭਾਂਜੀਆਂ ਲਈ ਉਸਨੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਸ ਨੂੰ ਕੰਮ ਜਾਰੀ ਰੱਖਣਾ ਪਿਆ। ਪਰਿਵਾਰ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ਤੇ ਸੀ ਅਤੇ ਉਹ ਇਸ ਤੋਂ ਮੂੰਹ ਨਹੀਂ ਮੋੜ ਸਕਦੀ ਸੀ। ਇਸ ਦੌਰਾਨ ਨਰਗਿਸ ਨਿਰਦੇਸ਼ਕ ਕੇ ਅਬਾਸ ਦੀ ਫਿਲਮ ਪਰਦੇਸੀ ਦੀ ਸ਼ੂਟਿੰਗ ਲਈ ਮਾਸਕੋ ਗਈ। ਇਹ ਭਾਰਤ ਅਤੇ ਸੋਵੀਅਤ ਸੰਘ ਦੀ ਸਾਂਝੀ ਫਿਲਮ ਸੀ ਜਿਸ ਵਿੱਚ ਉਸ ਦੇ ਨਾਲ ਸੋਵੀਅਤ ਅਦਾਕਾਰ ਓਲੀਗ ਸਟ੍ਰਿਜ਼ਹੈਨੋਵ ਵੀ ਨਜ਼ਰ ਆਏ ਸੀ। ਉਸ ਸਮੇਂ ਨਰਗਿਸ ਅਤੇ ਸੁਨੀਲ ਦੱਤ ਦੇ ਰਿਸ਼ਤੇ ਨੂੰ ਕੁਝ ਹੀ ਮਹੀਨੇ ਹੋਏ ਸਨ, ਪਰ ਦੋਵਾਂ ਵਿਚਕਾਰ ਪਿਆਰ ਅਤੇ ਭਰੋਸਾ ਇੰਨਾ ਗਹਿਰਾ ਸੀ ਕਿ ਉਹ ਲਗਭਗ ਹਰ ਰੋਜ਼ ਇੱਕ ਦੂਜੇ ਨੂੰ ਚਿੱਠੀਆਂ ਲਿਖਦੇ ਰਹਿੰਦੇ ਸਨ। ਦੂਜੇ ਪਾਸੇ ਰਾਜ ਕਪੂਰ ਅਜੇ ਵੀ ਵਿਛੋੜੇ ਨੂੰ ਕਬੂਲ ਨਹੀਂ ਕਰ ਪਾ ਰਹੇ ਸਨ। ਉਹ ਲਗਾਤਾਰ ਨਰਗਿਸ ਨੂੰ ਟੈਲੀਗ੍ਰਾਮ ਭੇਜ ਰਹੇ ਸੀ ਅਤੇ ਮੁੜ ਤੋਂ ਉਸ ਦੀ ਜ਼ਿੰਦਗੀ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਮਾਸਕੋ ਵਿੱਚ ਰਹਿੰਦੇ ਹੋਏ ਨਰਗਿਸ ਨੂੰ ਕਈ ਵਾਰ ਰਾਜ ਕਪੂਰ ਨਾਲ ਬਿਤਾਏ ਪੁਰਾਣੇ ਦਿਨਾਂ ਦੀਆਂ ਯਾਦਾਂ ਘੇਰ ਲੈਂਦੀਆਂ ਸਨ, ਪਰ ਇਸ ਵਾਰ ਉਹ ਆਪਣੇ ਫੈਸਲੇ ਤੇ ਮਜ਼ਬੂਤੀ ਨਾਲ ਕਾਇਮ ਰਹੀ। ਉਸਨੇ ਸੁਨੀਲ ਨੂੰ ਲਿਖੀ ਇੱਕ ਚਿੱਠੀ ਵਿੱਚ ਆਪਣੀ ਪਰੇਸ਼ਾਨੀ ਜ਼ਾਹਿਰ ਕਰਦੇ ਹੋਏ ਕਿਹਾ, ਇੱਥੇ ਹਰ ਕੋਈ ਰਾਜ ਬਾਰੇ ਹੀ ਪੁੱਛਦਾ ਹੈ। ਮੈਂ ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਬਹੁਤ ਥੱਕ ਚੁੱਕੀ ਹਾਂ। ਇਹ ਸ਼ਬਦ ਦਿਖਾਉਂਦੇ ਨੇ ਕਿ ਨਰਗਿਸ ਆਪਣੀ ਜ਼ਿੰਦਗੀ ਦੇ ਉਸ ਅਧਿਆਇ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਚਾਹੁੰਦੀ ਸੀ, ਜਦਕਿ ਦੁਨੀਆ ਵਾਰ-ਵਾਰ ਉਸ ਨੂੰ ਉਸੇ ਅਤੀਤ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ। ਸੁਨੀਲ ਦੱਤ ਹੀ ਉਹ ਵਿਅਕਤੀ ਸੀ ਜਿਸ ਦੇ ਸਹਾਰੇ ਉਸ ਨੂੰ ਨਵੇਂ ਜੀਵਨ ਦੀ ਉਮੀਦ ਅਤੇ ਹੌਸਲਾ ਮਿਲ ਰਿਹਾ ਸੀ। ਨਰਗਿਸ ਨੂੰ ਸੁਨੀਲ ਦੱਤ ਦੇ ਰੂਪ ਵਿੱਚ ਇੱਕ ਮਜ਼ਬੂਤ ਅਤੇ ਭਰੋਸੇਯੋਗ ਸਾਥੀ ਮਿਲ ਚੁੱਕਾ ਸੀ, ਪਰ ਮਾਸਕੋ ਵਿੱਚ ਰਹਿੰਦੇ ਹੋਏ ਉਸ ਨੂੰ ਲੱਗਦਾ ਸੀ ਕਿ ਨਰਗਿਸ ਹਜੇ ਵੀ ਰਾਜ ਦੇ ਲੋਕਾਂ ਨਾਲ ਘਿਰੀ ਹੋਈ ਹੈ। ਕਲਾ ਨਿਰਦੇਸ਼ਕ ਮਧੂ ਅਕਸਰ ਨਰਗਿਸ ਨੂੰ ਸਮਝਾਉਂਦਾ ਸੀ ਕਿ ਉਸ ਨੂੰ ਮੁੜ ਰਾਜ ਨਾਲ ਕੰਮ ਕਰਨਾ ਚਾਹੀਦਾ ਹੈ। ਉਹ ਕਹਿੰਦਾ ਸੀ ਕਿ ਰਾਜ ਅਤੇ ਨਰਗਿਸ ਇਕੱਠੇ ਕੰਮ ਕਰਨ ਲਈ ਹੀ ਬਣੇ ਨੇ। ਨਿਰਦੇਸ਼ਕ ਕੇ ਅਬਾਸ ਵੀ ਕਿਹਾ ਕਰਦੇ ਸੀ ਕਿ ਰਾਜ ਨਾਲ ਮੁੜ ਜੁੜਨ ਦੀ ਸਲਾਹ ਜ਼ਰੂਰ ਮੰਨਣੀ ਚਾਹੀਦੀ ਹੈ, ਪਰ ਨਰਗਿਸ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਦੂਜੇ ਪਾਸੇ ਰਾਜ ਕਪੂਰ ਵੀ ਨਰਗਿਸ ਨੂੰ ਭੁਲਾਉਣ ਲਈ ਤਿਆਰ ਨਹੀਂ ਸੀ। ਉਹ ਲਗਾਤਾਰ ਫਿਲਮਾਂ ਦੀ ਯੂਨਿਟ ਦੇ ਲੋਕਾਂ ਤੋਂ ਉਸ ਦੇ ਬਾਰੇ ਪੁੱਛਣਾ ਸ਼ੁਰੂ ਕਰਦੇ ਰਹਿੰਦੇ ਅਤੇ ਉਸ ਦੀ ਹਰ ਹਰਕਤ ਦੀ ਖਬਰ ਲੈਣ ਦੀ ਕੋਸ਼ਿਸ਼ ਕਰਦੇ। ਜਦੋਂ ਨਰਗਿਸ ਨੇ ਸੁਨੀਲ ਨੂੰ ਦੱਸਿਆ ਕਿ ਸ਼ੂਟਿੰਗ ਲਗਾਤਾਰ ਦੇਰੀ ਨਾਲ ਚੱਲ ਰਹੀ ਹੈ ਤੇ ਇਹ ਅਫਵਾਹਾਂ ਵੀ ਫੈਲ ਰਹੀਆਂ ਸਨ ਕਿ ਰਾਜ ਕਪੂਰ ਉਸ ਨੂੰ ਮਿਲਣ ਲਈ ਰਸ਼ੀਆ ਆਉਣ ਦੀ ਤਿਆਰੀ ਕਰ ਰਿਹਾ ਹੈ, ਤਾਂ ਸੁਨੀਲ ਦੀ ਚਿੰਤਾ ਹੋਰ ਵੀ ਜ਼ਿਆਦਾ ਵੱਧ ਗਈ। ਜੀ ਹਾਂ, ਆਪਣੀ ਇੱਕ ਚਿੱਠੀ ਵਿੱਚ ਸੁਨੀਲ ਨੇ ਨਰਗਿਸ ਨੂੰ ਲਿਖਿਆ ਸੀ, ਮੇਰੀ ਜਾਨ, ਮੇਰੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਤੂੰ ਉੱਥੇ ਅਕੇਲੀ ਹੈ। ਕਈ ਵਾਰ ਉਹਨਾਂ ਦੀਆਂ ਚਿੱਠੀਆਂ ਸਮੇਂ ਸਿਰ ਨਹੀਂ ਪਹੁੰਚਦੀਆਂ ਸਨ, ਜਿਸ ਕਾਰਨ ਸੁਨੀਲ ਘਬਰਾ ਵੀ ਜਾਂਦੇ ਸਨ। ਉਸ ਨੂੰ ਤਸੱਲੀ ਦੇਣ ਲਈ ਨਰਗਿਸ ਨੇ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਲਿਖੀ। ਉਸਨੇ ਕਿਹਾ ਕਿ ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਉਸਨੇ ਰਾਜ ਕਪੂਰ ਤੇ ਪੂਰਾ ਭਰੋਸਾ ਕੀਤਾ ਸੀ, ਪਰ ਬਾਅਦ ਵਿੱਚ ਉਸ ਨੂੰ ਮਹਿਸੂਸ ਹੋਇਆ ਕਿ ਰਾਜ ਨੇ ਉਸ ਦੇ ਜਜ਼ਬਾਤਾਂ ਦਾ ਫਾਇਦਾ ਉਠਾਇਆ ਤੇ ਫਿਰ ਉਸ ਦੀ ਪਰਵਾਹ ਕਰਨੀ ਛੱਡ ਦਿੱਤੀ। ਨਰਗਿਸ ਨੇ ਸੁਨੀਲ ਦੱਤ ਨੂੰ ਮੁੜ ਯਕੀਨ ਦਿਲਾਇਆ ਕਿ ਰਾਜ ਕਪੂਰ ਹੁਣ ਉਸ ਦੀ ਜ਼ਿੰਦਗੀ ਦਾ ਸਿਰਫ ਇੱਕ ਬੀਤ ਚੁੱਕਾ ਅਧਿਆਇ ਹੈ ਅਤੇ ਉਸ ਦੇ ਦਿਲ ਵਿੱਚ ਹੁਣ ਉਸ ਲਈ ਕੋਈ ਵੀ ਜਗ੍ਹਾ ਨਹੀਂ ਹੈ। ਪਰ ਜਦੋਂ ਉਸ ਨੂੰ ਲੱਗਾ ਕਿ ਕਹਾਣੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ, ਉਸੇ ਦੌਰਾਨ ਰਾਜ ਕਪੂਰ ਨੇ ਇੱਕ ਇਹੋ ਜਿਹਾ ਕਦਮ ਚੁੱਕਿਆ ਜਿਸ ਨੇ ਉਸ ਨੂੰ ਹੈਰਾਨ ਕਰ ਦਿੱਤਾ। ਜੀ ਹਾਂ, ਜਰਮਨੀ ਦੇ ਇੱਕ ਸਫ਼ਰ ਦੌਰਾਨ ਰਾਜ ਕਪੂਰ ਬਿਨਾਂ ਕਿਸੇ ਸੋਚਾਂ ਦੇ ਅਚਾਨਕ ਨਰਗਿਸ ਦੇ ਸਾਹਮਣੇ ਆ ਖੜਾ ਹੋ ਗਿਆ। ਉਸ ਦੀ ਇਹ ਅਨਹੋਣੀ ਮੁਲਾਕਾਤ ਨਰਗਿਸ ਲਈ ਇੱਕ ਵੱਡਾ ਝਟਕਾ ਸੀ, ਕਿਉਂਕਿ ਉਸਨੇ ਇਸ ਤਰ੍ਹਾਂ ਦੀ ਮੁਲਾਕਾਤ ਦੀ ਬਿਲਕੁਲ ਉਮੀਦ ਹੀ ਨਹੀਂ ਕੀਤੀ ਸੀ। ਸੋਵੀਅਤ ਸੰਘ ਤੋਂ ਭਾਰਤ ਵਾਪਸ ਆਉਂਦੇ ਹੋਏ ਨਰਗਿਸ ਨੂੰ ਬਰਲਿਨ ਵਿੱਚ ਕੁਝ ਸਮੇਂ ਰੁਕਣਾ ਪਿਆ। ਇੱਥੇ ਹਵਾਈ ਅੱਡੇ ਤੇ ਉਸ ਦੀ ਰਾਜ ਕਪੂਰ ਨਾਲ ਇੱਕ ਬਹੁਤ ਹੀ ਅਨਹੋਣੀ ਮੁਲਾਕਾਤ ਹੋਈ। ਨਰਗਿਸ ਨੂੰ ਦੱਸਿਆ ਗਿਆ ਕਿ ਰਾਜ ਕਪੂਰ ਇੱਕ ਫਿਲਮ ਫੈਸਟੀਵਲ ਵਿੱਚ ਸ਼ਾਮਿਲ ਹੋਣ ਲਈ ਉੱਥੇ ਆਇਆ ਹੋਇਆ ਸੀ। ਨਰਗਿਸ ਦੇ ਮੁਤਾਬਿਕ ਇਸ ਮੁਲਾਕਾਤ ਦੌਰਾਨ ਰਾਜ ਕਪੂਰ ਨੇ ਇੱਕ ਪੂਰੇ ਸ਼ਰੀਫ ਅਤੇ ਸਭ्य ਵਿਅਕਤੀ ਵਾਂਗ ਵਰਤਾਓ ਕੀਤਾ।
ਦੋਵਾਂ ਨੇ ਦੁਪਹਿਰ ਦਾ ਕੁਝ ਸਮਾਂ ਇਕੱਠੇ ਬਿਤਾਇਆ ਅਤੇ ਬਾਅਦ ਵਿੱਚ ਰਾਤ ਦਾ ਖਾਣਾ ਵੀ ਇਕੱਠੇ ਖਾਧਾ। ਇਸ ਮੁਲਾਕਾਤ ਦੌਰਾਨ ਰਾਜ ਨੇ ਨਰਗਿਸ ਨੂੰ ਕਿਹਾ ਕਿ ਉਹ ਇਹ ਗੱਲ ਸਮਝ ਚੁੱਕਾ ਹੈ ਕਿ ਹੁਣ ਨਰਗਿਸ ਉਸ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਰਹੀ ਅਤੇ ਪਿੱਛੇ ਮੁੜਨ ਦਾ ਕੋਈ ਸਵਾਲ ਹੀ ਨਹੀਂ ਸੀ। ਪਰ ਉਸ ਦੀ ਇੱਕ ਹੀ ਇੱਛਾ ਸੀ, ਇਹ ਜਾਣਨ ਦੀ ਕਿ ਉਹਨਾਂ ਦੇ ਵਿਛੋੜੇ ਦਾ ਅਸਲ ਕਾਰਨ ਕੀ ਸੀ। ਨਰਗਿਸ ਨੇ ਲਿਖਿਆ ਕਿ ਇਸ ਵਾਰ ਉਸਨੇ ਰਾਜ ਨਾਲ ਬਹੁਤ ਖੁੱਲ੍ਹ ਕੇ ਅਤੇ ਇਮਾਨਦਾਰੀ ਨਾਲ ਗੱਲ ਕੀਤੀ, ਜਿਸ ਤਰ੍ਹਾਂ ਸ਼ਾਇਦ ਉਸਨੇ ਪਹਿਲਾਂ ਕਦੇ ਕੀਤੀ ਹੀ ਨਹੀਂ ਸੀ। ਉਸ ਦੇ ਸ਼ਬਦਾਂ ਵਿੱਚ, ਅਸੀਂ ਦੋਸਤਾਂ ਜਾਂ ਸਹਿਕਰਮੀਆਂ ਵਾਂਗ ਮਿਲੇ, ਸਾਡੇ ਵਿਚਕਾਰ ਉਸ ਤੋਂ ਅੱਗੇ ਕੁਝ ਵੀ ਨਹੀਂ ਸੀ। ਨਰਗਿਸ ਨੂੰ ਮਹਿਸੂਸ ਹੋਇਆ ਕਿ ਇਹ ਮੁਲਾਕਾਤ ਉਸਦੇ ਦਿਲ ਤੋਂ ਇੱਕ ਵੱਡਾ ਬੋਝ ਉਤਾਰ ਗਈ। ਉਸਨੇ ਲਿਖਿਆ, ਹਰ ਗੱਲ ਬਹੁਤ ਸ਼ਾਲੀਨਤਾ ਨਾਲ ਹੋਈ, ਕਿਸੇ ਵੀ ਤਰ੍ਹਾਂ ਦਾ ਜਜ਼ਬਾਤੀ ਹੰਗਾਮਾ ਜਾਂ ਤਣਾਅ ਨਹੀਂ ਹੋਇਆ। 5 ਮਹੀਨੇ ਪਹਿਲਾਂ ਰਿਸ਼ਤਾ ਖਤਮ ਕਰਨ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਨਰਗਿਸ ਰਾਜ ਕਪੂਰ ਨੂੰ ਮਿਲ ਰਹੀ ਸੀ। ਇਸ ਕਰਕੇ ਸ਼ੁਰੂ ਵਿੱਚ ਉਹ ਥੋੜੀ ਘਬਰਾਹਟ ਮਹਿਸੂਸ ਕਰ ਰਹੀ ਸੀ। ਦੂਜੇ ਪਾਸੇ ਰਾਜ ਕਪੂਰ ਲਈ ਵੀ ਇਹ ਮੁਲਾਕਾਤ ਆਸਾਨ ਨਹੀਂ ਸੀ, ਕਿਉਂਕਿ ਉਹ ਅਜੇ ਤੱਕ ਇਸ ਵਿਛੋੜੇ ਨੂੰ ਪੂਰੀ ਤਰ੍ਹਾਂ ਕਬੂਲ ਨਹੀਂ ਕਰ ਪਾਇਆ। ਪਰ ਨਰਗਿਸ ਦੇ ਮਨ ਵਿੱਚ ਹੁਣ ਕੋਈ ਉਲਝਣ ਨਹੀਂ ਸੀ। ਉਸ ਨੂੰ ਯਕੀਨ ਹੋ ਚੁੱਕਾ ਸੀ ਕਿ ਇਹ ਵਿਛੋੜਾ ਸਿਰਫ ਉਸ ਦੇ ਲਈ ਹੀ ਨਹੀਂ, ਸਗੋਂ ਰਾਜ ਕਪੂਰ, ਉਸ ਦੀ ਪਤਨੀ ਅਤੇ ਉਸ ਦੇ ਬੱਚਿਆਂ ਲਈ ਵੀ ਚੰਗਾ ਸੀ। ਉਸਨੇ ਮਹਿਸੂਸ ਕੀਤਾ ਕਿ ਕਈ ਵਾਰ ਜ਼ਿੰਦਗੀ ਵਿੱਚ ਕੁਝ ਰਿਸ਼ਤੇ ਖਤਮ ਹੋਣਾ ਹੀ ਸਭ ਤੋਂ ਚੰਗਾ ਫੈਸਲਾ ਹੁੰਦੇ ਹਨ, ਤਾਂ ਜੋ ਹਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਸਕੇ ਅਤੇ ਸਕੂਨ ਨਾਲ ਰਹਿ ਸਕੇ। ਬਰਲਿਨ ਵਿੱਚ ਆਪਣੀ ਵਾਪਸੀ ਦੀ ਉਡਾਣ ਦੀ ਉਡੀਕ ਕਰਦੇ ਹੋਏ ਨਰਗਿਸ ਨੇ ਅਗਲੇ ਦਿਨ ਸੁਨੀਲ ਦੱਤ ਨੂੰ ਇੱਕ ਚਿੱਠੀ ਲਿਖੀ। ਉਸਨੇ ਲਿਖਿਆ, ਸ਼ਾਇਦ ਰਾਜ ਨੂੰ ਇਹ ਅਜੀਬ ਲੱਗਾ ਹੋਵੇ, ਪਰ ਮੈਂ ਉਸ ਨਾਲ ਬਿਲਕੁਲ ਵੀ ਪਹਿਲਾਂ ਵਾਂਗ ਘੁਲ ਮਿਲ ਨਹੀਂ ਸਕਦੀ। ਸਿਰਫ 6 ਮਹੀਨੇ ਪਹਿਲਾਂ ਰਾਜ ਕਪੂਰ ਅਤੇ ਨਰਗਿਸ ਜਰਮਨੀ ਇਕੱਠੇ ਆਏ ਸਨ, ਪਰ ਹੁਣ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਸਨ। ਅਗਲੇ ਦਿਨ ਜਦੋਂ ਨਰਗਿਸ ਮੁੰਬਈ ਲਈ ਰਵਾਨਾ ਹੋਣ ਲੱਗੀ ਤਾਂ ਰਾਜ ਕਪੂਰ ਉਸ ਨੂੰ ਹਵਾਈ ਅੱਡੇ ਤੱਕ ਵਿਦਾ ਕਰਨ ਆਇਆ। ਨਰਗਿਸ ਦੇ ਮੁਤਾਬਿਕ ਰਾਜ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਉਸ ਨੂੰ ਆਪਣੇ ਭਵਿੱਖ ਦੇ ਕਈ ਫਿਲਮੀ ਖੁਆਬਾਂ ਬਾਰੇ ਦੱਸ ਰਿਹਾ ਸੀ। ਰਾਜ ਕਹਿੰਦੇ ਨੇ ਕਿ ਉਸ ਦੇ ਕੋਲ ਬਹੁਤ ਸਾਰੀਆਂ ਕਹਾਣੀਆਂ ਨੇ ਜਿਨ੍ਹਾਂ ਨੂੰ ਉਹ ਪਰਦੇ ਤੇ ਲਿਆਉਣਾ ਚਾਹੁੰਦੇ ਨੇ, ਪਰ ਉਸ ਨੂੰ ਇਹ ਸੋਚ ਕੇ ਫਿਕਰ ਸੀ ਕਿ ਹੁਣ ਉਹਨਾਂ ਫਿਲਮਾਂ ਵਿੱਚ ਕੌਣ ਕੰਮ ਕਰੇਗਾ। ਰਾਜ ਕਪੂਰ ਨੇ ਨਰਗਿਸ ਨੂੰ ਮੁੜ ਆਪਣੀਆਂ ਫਿਲਮਾਂ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ, ਪਰ ਨਰਗਿਸ ਨੇ ਬਿਨਾਂ ਕਿਸੇ ਝਿਜਕ ਦੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰਾਜ ਨੇ ਉਸ ਪੈਸਿਆਂ ਦਾ ਵੀ ਜ਼ਿਕਰ ਕੀਤਾ ਜੋ ਉਸ ਦੇ ਹਿਸਾਬ ਨਾਲ ਨਰਗਿਸ ਨੂੰ ਦੇਣੇ ਬਾਕੀ ਸਨ। ਭਾਵੇਂ ਨਰਗਿਸ ਨੂੰ ਉਸ ਸਮੇਂ ਪੈਸਿਆਂ ਦੀ ਲੋੜ ਸੀ, ਫਿਰ ਵੀ ਉਸਨੇ ਉਹ ਰਕਮ ਲੈਣ ਤੋਂ ਸਾਫ਼ ਮਨਾ ਕਰ ਦਿੱਤਾ। ਉਹ ਦੁਬਾਰਾ ਕਿਸੇ ਵੀ ਤਰ੍ਹਾਂ ਰਾਜ ਨਾਲ ਜੁੜਨਾ ਨਹੀਂ ਚਾਹੁੰਦੀ ਸੀ। ਰਾਜ ਨੇ ਫਿਰ ਉਸ ਜ਼ਮੀਨ ਬਾਰੇ ਗੱਲ ਕੀਤੀ ਜੋ ਉਸਨੇ ਪਹਿਲਾਂ ਦੋਵੇਂ ਲਈ ਇਕੱਠੇ ਘਰ ਬਣਾਉਣ ਦੇ ਸੁਪਨੇ ਨਾਲ ਖਰੀਦੀ ਸੀ। ਉਸਨੇ ਪੁੱਛਿਆ ਕਿ ਉਸ ਜ਼ਮੀਨ ਦਾ ਕੀ ਕੀਤਾ ਜਾਵੇ, ਪਰ ਨਰਗਿਸ ਨੇ ਉਸ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ। ਜੀ ਹਾਂ, ਰਾਜ ਕਪੂਰ ਕੋਲ ਜੋ ਵੀ ਸੀ, ਫਿਲਮਾਂ, ਪੈਸਾ, ਜ਼ਮੀਨ ਜਾਂ ਪੁਰਾਣੀਆਂ ਯਾਦਾਂ, ਉਸਨੇ ਹਰ ਚੀਜ਼ ਦੇ ਜ਼ਰੀਏ ਨਰਗਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਇਸ ਵਾਰ ਨਰਗਿਸ ਆਪਣਾ ਫੈਸਲਾ ਕਰ ਚੁੱਕੀ ਸੀ। ਉਹ ਪਿੱਛੇ ਮੁੜ ਕੇ ਦੇਖਣਾ ਨਹੀਂ ਚਾਹੁੰਦੀ ਸੀ। ਉਸ ਦੇ ਲਈ ਰਾਜ ਕਪੂਰ ਨਾਲ ਜੁੜਿਆ ਹੋਇਆ ਅਧਿਆਇ ਮੁੱਕ ਚੁੱਕਾ ਸੀ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਨਵੇਂ ਰਾਹ ਤੇ ਅੱਗੇ ਵਧਣਾ ਪੱਕਾ ਇਰਾਦਾ ਬਣਾ ਚੁੱਕੀ ਸੀ। ਜਦੋਂ ਨਰਗਿਸ ਆਪਣੀ ਉਡਾਨ ਵੱਲ ਵਧ ਰਹੀ ਸੀ, ਰਾਜ ਕਪੂਰ ਉਸ ਨੂੰ ਵਿਦਾ ਕਰਨ ਲਈ ਖੜਾ ਸੀ। ਉਹ ਲਗਾਤਾਰ ਉਸ ਵੱਲ ਹੱਥ ਹਿਲਾਉਂਦਾ ਰਿਹਾ ਜਦੋਂ ਤੱਕ ਨਰਗਿਸ ਉਸ ਦੀ ਨਜ਼ਰ ਤੋਂ ਓਝਲ ਨਹੀਂ ਹੋਈ ਗਈ। ਬਾਅਦ ਵਿੱਚ ਨਰਗਿਸ ਨੇ ਸੁਨੀਲ ਦੱਤ ਨੂੰ ਲਿਖਿਆ, ਮੈਨੂੰ ਯਕੀਨ ਹੈ ਕਿ ਰਾਜ ਨੂੰ ਇਸ ਗੱਲ ਦਾ ਦੁੱਖ ਹੋਵੇਗਾ। ਮੈਂ ਖੁਦ ਵੀ ਥੋੜੀ ਉਦਾਸ ਹਾਂ, ਪਰ ਨਰਗਿਸ ਦੇ ਦਿਲ ਵਿੱਚ ਹੁਣ ਕੋਈ ਉਲਝਣ ਹੀ ਨਹੀਂ ਸੀ। ਉਸ ਦੇ ਲਈ ਰਾਜ ਕਪੂਰ ਵਾਲਾ ਅਧਿਆਇ ਪੂਰੀ ਤਰ੍ਹਾਂ ਮੁੱਕ ਚੁੱਕਾ ਸੀ। ਉਸ ਨੂੰ ਲੱਗਦਾ ਸੀ ਕਿ ਉਸ ਨੂੰ ਆਪਣੇ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੈ ਤੇ ਹੁਣ ਉਸ ਦੇ ਮਨ ਨੂੰ ਸਕੂਨ ਵੀ ਮਿਲ ਗਿਆ ਹੈ। ਉਹ ਇਹ ਵੀ ਸਮਝਣਾ ਚਾਹੁੰਦੀ ਸੀ ਕਿ ਰਾਜ ਕਪੂਰ ਨੂੰ ਵੀ ਆਪਣੇ ਦਿਲ ਦੀ ਗੱਲ ਕਹਿ ਦੇਣ ਦਾ ਮੌਕਾ ਮਿਲ ਗਿਆ ਸੀ। ਅਗਲੇ ਸਾਲ ਨਰਗਿਸ ਅਤੇ ਸੁਨੀਲ ਦੱਤ ਦਾ ਵਿਆਹ ਹੋ ਗਿਆ, ਪਰ ਰਾਜ ਕਪੂਰ ਲਈ ਇਹ ਖਬਰ ਕਬੂਲ ਕਰਨੀ ਬਹੁਤ ਔਖੀ ਸੀ। ਮਧੂ ਜੈਨ ਦੀ ਕਿਤਾਬ ਦਾ ਕਪੂਰਸ ਦ ਫਰਸਟ ਫੈਮਿਲੀ ਆਫ ਇੰਡੀਅਨ ਸਿਨੇਮਾ ਮੁਤਾਬਿਕ ਰਾਜ ਕਪੂਰ ਨੂੰ ਲੱਗਦਾ ਸੀ ਕਿ ਨਰਗਿਸ ਨੇ ਸੁਨੀਲ ਦੱਤ ਨਾਲ ਵਿਆਹ ਕਰਕੇ ਉਸ ਦੇ ਨਾਲ ਇੱਕ ਵੱਡਾ ਧੋਖਾ ਕੀਤਾ ਹੈ। ਕਿਤਾਬ ਵਿੱਚ ਜ਼ਿਕਰ ਮਿਲਦਾ ਹੈ ਕਿ ਰਾਜ ਕਪੂਰ ਇਸ ਸਦਮੇ ਤੋਂ ਇੰਨਾ ਪਰੇਸ਼ਾਨ ਸੀ ਕਿ ਕਈ ਵਾਰ ਉਹ ਆਪਣੇ ਆਪ ਨੂੰ ਸਿਗਰਟ ਨਾਲ ਜਲਾ ਕੇ ਇਹ ਯਕੀਨ ਕਰਨ ਦੀ ਕੋਸ਼ਿਸ਼ ਕਰਦਾ ਸੀ ਕਿ ਇਹ ਕੋਈ ਸੁਪਨਾ ਨਹੀਂ ਹੈ। ਉਸ ਦੇ ਮਨ ਵਿੱਚ ਵਾਰ-ਵਾਰ ਇਹ ਸਵਾਲ ਹੁੰਦਾ ਸੀ ਕਿ ਨਰਗਿਸ ਉਸ ਦੇ ਨਾਲ ਐ ਕਿਵੇਂ ਕਰ ਸਕਦੀ ਹੈ। ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਕਪੂਰ ਨੇ ਪੱਤਰਕਾਰ ਬਨੀ ਨੂੰ ਦੱਸਿਆ ਸੀ ਕਿ ਉਸ ਦੌਰਾਨ ਰਾਜ ਅਕਸਰ ਨਸ਼ਾ ਕਰਕੇ ਘਰ ਆਉਂਦਾ ਸੀ ਤੇ ਕਈ ਘੰਟੇ ਗੁਸਲਖਾਨੇ ਵਿੱਚ ਬੈਠ ਕੇ ਰੋਂਦਾ ਰਹਿੰਦਾ ਸੀ। ਦੂਜੇ ਪਾਸੇ ਨਰਗਿਸ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸੁਨੀਲ ਦੱਤ ਦੇ ਨਾਲ ਸ਼ੁਰੂ ਕਰ ਲਿੱਤਾ ਸੀ। ਦੋਵਾਂ ਦਾ ਵਿਆਹ ਬੇहद ਮਜ਼ਬੂਤ ਅਤੇ ਪਿਆਰ ਭਰੇ ਰਿਸ਼ਤੇ ਵਿੱਚ ਬਦਲ ਗਿਆ। ਨਰਗਿਸ ਨੇ ਮੁੜ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਰਾਜ ਕਪੂਰ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ।
ਨਰਗਿਸ ਅਤੇ ਸੁਨੀਲ ਦੱਤ 1981 ਵਿੱਚ ਨਰਗਿਸ ਦੇ ਦੇਹਾਂਤ ਤੱਕ ਇਕੱਠੇ ਰਹੇ। ਉਹਨਾਂ ਦਾ ਸਾਥ ਹਿੰਦੀ ਸਿਨੇਮਾ ਦੀਆਂ ਸਭ ਤੋਂ ਸਫਲ ਅਤੇ ਸਤਿਕਾਰਯੋਗ ਪ੍ਰੇਮ ਕਹਾਣੀਆਂ ਵਿੱਚ ਗਿਣਿਆ ਜਾਂਦਾ ਹੈ। ਦੂਜੇ ਪਾਸੇ ਰਾਜ ਕਪੂਰ ਆਪਣੇ ਵਿਆਹਸ਼ੁਦਾ ਜ਼ਿੰਦਗੀ ਦੇ ਬਾਵਜੂਦ ਹੋਰ ਰਿਸ਼ਤਿਆਂ ਨਾਲ ਵੀ ਜੁੜਦਾ ਰਿਹਾ, ਪਰ ਨਰਗਿਸ ਆਪਣੇ ਫੈਸਲੇ ਤੇ ਆਖਰੀ ਸਾਹ ਤੱਕ ਕਾਇਮ ਰਹੀ। ਨਰਗਿਸ ਦੀ ਜ਼ਿੰਦਗੀ ਦਾ ਇਹ ਅਧਿਆਇ ਸਾਨੂੰ ਇਹ ਸਿਖਾਉਂਦਾ ਹੈ ਕਿ ਸੱਚੇ ਪਿਆਰ ਦੀ ਨੀਂਹ ਭਰੋਸੇ, ਸਤਿਕਾਰ ਅਤੇ ਸਮਰਪਣ ਤੇ ਟਿੱਕੀ ਹੁੰਦੀ ਹੈ। ਰਾਜ ਕਪੂਰ ਨਾਲ ਉਸ ਦਾ ਰਿਸ਼ਤਾ ਭਾਵੇਂ ਸਿਨੇਮਾ ਦੇ ਇਤਿਹਾਸ ਦਾ ਇੱਕ ਯਾਦਗਾਰ ਪੰਨਾ ਬਣ ਗਿਆ ਹੋਵੇ, ਪਰ ਉਸ ਨੂੰ ਅਸਲ ਖੁਸ਼ੀ ਸੁਨੀਲ ਦੱਤ ਦੇ ਸਾਥ ਨਾਲ ਹੀ ਮਿਲੀ। ਆਖਿਰਕਾਰ ਨਰਗਿਸ ਨੇ ਉਹ ਰਾਹ ਚੁਣਿਆ ਜਿਸ ਨੇ ਉਸ ਨੂੰ ਸਕੂਨ, ਪਰਿਵਾਰ ਅਤੇ ਇੱਕ ਨਵੀਂ ਪਹਿਚਾਣ ਦੇ ਦਿੱਤੀ। ਸ਼ਾਇਦ ਇਸੇ ਕਰਕੇ ਅੱਜ ਵੀ ਨਰਗਿਸ ਅਤੇ ਸੁਨੀਲ ਦੱਤ ਦੀ ਪ੍ਰੇਮ ਕਹਾਣੀ ਨੂੰ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਤੇ ਪ੍ਰੇਰਨਾਦਾਇਕ ਪ੍ਰੇਮ ਕਹਾਣੀਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਇਹ ਸੀ ਸਾਡੀ ਅੱਜ ਦੀ ਕਹਾਣੀ। ਫਿਲਹਾਲ ਮਿਲਾਂਗੇ ਨੈਕਸਟ ਐਪੀਸੋਡ ਦੇ ਵਿੱਚ ਇੱਕ ਹੋਰ ਬਾਲੀਵੁੱਡ ਦੀ ਅਣਸੁਣੀ ਕਹਾਣੀ ਦੇ ਨਾਲ, ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦਾ ਐਪੀਸੋਡ ਕਿੱਦਾਂ ਦਾ ਲੱਗਾ। ਫਿਲਹਾਲ ਅਸੀਂ ਮਿਲਦੇ ਹਾਂ ਨੈਕਸਟ ਐਪੀਸੋਡ ਦੇ ਵਿੱਚ। ਸਤਿ ਸ਼੍ਰੀ ਅਕਾਲ।